ਬੱਚਿਓ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਸੈਸ਼ਨ ਵਿੱਚ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਡੈਸਕਟਾਪ ਪਬਲਿਸ਼ਿੰਗ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਤੋਂ ਪਿਛਲੇ ਵਾਲੇ ਵੀਡੀਓ ਦੇ ਵਿੱਚ ਅਸੀਂ HTML ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ ਸੀ। ਡੈਸਕਟਾਪ ਪਬਲਿਸ਼ਿੰਗ ਦੇ ਬਾਰੇ ਵਿੱਚ ਪੜ੍ਹਨ ਤੋਂ ਪਹਿਲਾਂ ਅਸੀਂ ਕੁਝ ਗੱਲਾਂ ਬਾਰੇ ਵਿਚਾਰ ਕਰੀਏ। ਪਹਿਲਾਂ ਪਬਲਿਸ਼ ਕੀ ਹੁੰਦਾ ਹੈ। ਪਬਲਿਸ਼ ਤੁਸੀਂ ਆਮ ਹੀ ਸੁਣਿਆ ਹੋਵੇਗਾ ਕਿ ਕਿਸੇ ਲੇਖਕ ਨੇ ਕਿਹਾ ਹੈ ਕਿ ਮੇਰੀ ਕਿਤਾਬ ਪਬਲਿਸ਼ ਹੋ ਗਈ ਹੈ, ਜਾਂ ਕਿਸੇ ਅਖਬਾਰ ਦੀ ਪਬਲਿਕੇਸ਼ਨ ਦੇ ਬਾਰੇ ਵਿੱਚ ਅਸੀਂ ਜਾਣਦੇ ਹਾਂ। ਡੈਸਕਟਾਪ ਪਬਲਿਸ਼ਿੰਗ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਪਬਲਿਸ਼ ਕਰਨਾ ਜਾਂ ਪਬਲਿਕੇਸ਼ਨ ਬਾਰੇ ਸਮਝਾਂਗੇ। ਜਦੋਂ ਸਾਡੇ ਕੋਲ ਕੋਈ ਵਿਚਾਰ ਜਾਂ ਕੁਝ ਆਈਡੀਆਜ਼ ਹੁੰਦੇ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੇ ਵਿਚਾਰ ਜਾਂ ਆਈਡੀਆਜ਼ ਲੋਕਾਂ ਤੱਕ ਪਹੁੰਚਣ, ਉਸ ਦੇ ਲਈ ਅਸੀਂ ਆਪਣੇ ਵਿਚਾਰਾਂ ਨੂੰ ਕਿਸੇ ਪੇਪਰ ਦੇ ਉੱਪਰ ਲਿਖ ਕੇ ਜਾਂ ਪ੍ਰਿੰਟ ਕਰਕੇ ਜਾਂ ਕਿਸੇ ਅਖਬਾਰ, ਮੈਗਜ਼ੀਨ ਆਦਿ ਦੇ ਵਿੱਚ ਛਪਵਾ ਕੇ ਲੋਕਾਂ ਤੱਕ ਪਹੁੰਚਾਉਂਦੇ ਹਾਂ। ਇਸ ਨੂੰ ਪਬਲਿਕੇਸ਼ਨ ਕਿਹਾ ਜਾਂਦਾ ਹੈ। ਸੋ ਕਿਸੇ ਸੂਚਨਾ ਨੂੰ ਪ੍ਰਿੰਟ ਕਰਨਾ, ਇਸ ਨੂੰ ਹੀ ਪਬਲਿਸ਼ ਕਿਹਾ ਜਾਂਦਾ ਹੈ। ਤੇ ਹੁਣ ਅਸੀਂ ਦੇਖਾਂਗੇ ਡੈਸਕਟਾਪ ਪਬਲਿਸ਼ਿੰਗ। ਡੈਸਕਟਾਪ ਪਬਲਿਸ਼ਿੰਗ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਹੈ। ਡੈਸਕਟਾਪ, ਜਿਸ ਦਾ ਕਿ ਅਸੀਂ ਅਰਥ PC ਡੈਸਕਟਾਪ ਕੰਪਿਊਟਰ ਤੋਂ ਲੈਂਦੇ ਹਾਂ। ਪਬਲਿਸ਼ਿੰਗ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਹੈ, ਪਬਲਿਸ਼ ਕਰਨਾ। ਸੋ ਇਸ ਤਰ੍ਹਾਂ ਡੈਸਕਟਾਪ ਪਬਲਿਸ਼ਿੰਗ ਦਾ ਅਰਥ ਹੈ ਕੰਪਿਊਟਰ ਦੀ ਸਹਾਇਤਾ ਨਾਲ ਪ੍ਰਿੰਟ ਹੋਣ ਵਾਲੇ ਕਿਸੇ ਮੀਡੀਆ ਨੂੰ ਤਿਆਰ ਕਰਨਾ ਅਤੇ ਪਬਲਿਸ਼ ਕਰਨਾ। ਡੈਸਕਟਾਪ ਪਬਲਿਸ਼ਿੰਗ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਪਬਲਿਸ਼ ਕਰਨਾ ਜਾਂ ਪਬਲਿਕੇਸ਼ਨ ਬਾਰੇ ਸਮਝਾਂਗੇ। ਜਦੋਂ ਸਾਡੇ ਕੋਲ ਕੋਈ ਵਿਚਾਰ ਜਾਂ ਕੁਝ ਆਈਡੀਆਜ਼ ਹੁੰਦੇ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੇ ਵਿਚਾਰ ਜਾਂ ਆਈਡੀਆਜ਼ ਲੋਕਾਂ ਤੱਕ ਪਹੁੰਚਣ, ਉਸ ਦੇ ਲਈ ਅਸੀਂ ਆਪਣੇ ਵਿਚਾਰਾਂ ਨੂੰ ਕਿਸੇ ਪੇਪਰ ਦੇ ਉੱਪਰ ਲਿਖ ਕੇ ਜਾਂ ਪ੍ਰਿੰਟ ਕਰਕੇ ਜਾਂ ਕਿਸੇ ਅਖਬਾਰ, ਮੈਗਜ਼ੀਨ ਆਦਿ ਦੇ ਵਿੱਚ ਛਪਵਾ ਕੇ ਲੋਕਾਂ ਤੱਕ ਪਹੁੰਚਾਉਂਦੇ ਹਾਂ। ਇਸ ਨੂੰ ਪਬਲਿਕੇਸ਼ਨ ਕਿਹਾ ਜਾਂਦਾ ਹੈ। ਸੋ ਕਿਸੇ ਸੂਚਨਾ ਨੂੰ ਪ੍ਰਿੰਟ ਕਰਨਾ, ਇਸ ਨੂੰ ਹੀ ਪਬਲਿਸ਼ ਕਿਹਾ ਜਾਂਦਾ ਹੈ। ਤੇ ਹੁਣ ਅਸੀਂ ਦੇਖਾਂਗੇ ਡੈਸਕਟਾਪ ਪਬਲਿਸ਼ਿੰਗ। ਡੈਸਕਟਾਪ ਪਬਲਿਸ਼ਿੰਗ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਹੈ। ਡੈਸਕਟਾਪ, ਜਿਸ ਦਾ ਕਿ ਅਸੀਂ ਅਰਥ PC ਡੈਸਕਟਾਪ ਕੰਪਿਊਟਰ ਤੋਂ ਲੈਂਦੇ ਹਾਂ। ਪਬਲਿਸ਼ਿੰਗ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਹੈ, ਪਬਲਿਸ਼ ਕਰਨਾ। ਸੋ ਇਸ ਤਰ੍ਹਾਂ ਡੈਸਕਟਾਪ ਪਬਲਿਸ਼ਿੰਗ ਦਾ ਅਰਥ ਹੈ ਕੰਪਿਊਟਰ ਦੀ ਸਹਾਇਤਾ ਨਾਲ ਪ੍ਰਿੰਟ ਹੋਣ ਵਾਲੇ ਕਿਸੇ ਮੀਡੀਆ ਨੂੰ ਤਿਆਰ ਕਰਨਾ ਅਤੇ ਪਬਲਿਸ਼ ਕਰਨਾ। ਇਸ ਨੂੰ ਅਸੀਂ ਡੈਸਕਟਾਪ ਪਬਲਿਸ਼ਿੰਗ ਕਹਿੰਦੇ ਹਾਂ। ਡੈਸਕਟਾਪ ਪਬਲਿਸ਼ਿੰਗ ਦਾ ਅਰਥ ਹੈ ਕੰਪਿਊਟਰ ਦੀ ਸਹਾਇਤਾ ਨਾਲ ਛਪਣਯੋਗ ਸਮੱਗਰੀ ਨੂੰ ਤਿਆਰ ਕਰਨਾ। ਛਪਣਯੋਗ ਸਮੱਗਰੀ ਜਿਵੇਂ ਕਿਤਾਬਾਂ, ਮੈਗਜ਼ੀਨ, ਕੈਲੰਡਰ, ਪੰਫਲੇਟ, ਵਿਜ਼ਿਟਿੰਗ ਕਾਰਡ, ਇਹ ਸਾਰੀਆਂ ਚੀਜ਼ਾਂ ਅਸੀਂ ਕੰਪਿਊਟਰ ਅਤੇ ਪ੍ਰਿੰਟਰ ਅਤੇ ਕੁਝ ਸੌਫਟਵੇਅਰ ਦੀ ਸਹਾਇਤਾ ਨਾਲ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਇਸ ਨੂੰ ਡੈਸਕਟਾਪ ਪਬਲਿਸ਼ਿੰਗ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਪਬਲਿਕੇਸ਼ਨ ਦਾ ਕੰਮ
ਕੁਝ ਮਾਹਰ ਹੁਨਰਮੰਦ ਲੋਕਾਂ ਦੁਆਰਾ ਕੀਤਾ ਜਾਂਦਾ ਸੀ, ਪਰ ਅੱਜ ਦੇ ਇਸ ਤਕਨੀਕੀ ਯੁੱਗ ਵਿੱਚ ਕੰਪਿਊਟਰ ਆਉਣ ਦੇ ਨਾਲ ਅਤੇ ਕੰਪਿਊਟਰ ਦੀ ਨੌਲੇਜ ਦੇ ਵਧਣ ਦੇ ਨਾਲ ਇਹ ਕੰਮ ਬੜਾ ਹੀ ਸੌਖਾ ਹੋ ਗਿਆ ਅਤੇ ਹਰ ਘਰ ਵਿੱਚ ਇਸ ਨੂੰ ਅਸੀਂ ਥੋੜੀ ਜਿਹੀ ਸਿੱਖਿਆ ਦੇ ਨਾਲ ਬੜੇ ਆਸਾਨੀ ਨਾਲ ਕਰ ਸਕਦੇ ਹਾਂ। ਸੋ ਅਸੀਂ ਕਹਿ ਸਕਦੇ ਹਾਂ ਕਿ ਡੈਸਕਟਾਪ ਪਬਲਿਕੇਸ਼ਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਅਸੀਂ ਕੰਪਿਊਟਰ ਅਤੇ ਕੁਝ ਹੋਰ ਸੌਫਟਵੇਅਰਾਂ ਦੀ ਮਦਦ ਨਾਲ ਤਸਵੀਰਾਂ ਅਤੇ ਟੈਕਸਟ ਨੂੰ ਆਰਟ ਵਰਕ ਨੂੰ ਇਕੱਠਾ ਕਰਕੇ ਪੂਰੀ ਤਰ੍ਹਾਂ ਨਾਲ ਪ੍ਰਿੰਟ ਕਰਨ ਜਾਂ ਵਿਜ਼ੂਅਲੀ ਇਸਤੇਮਾਲ ਕਰਨ ਲਈ ਫਾਰਮੈਟਡ ਡਾਕੂਮੈਂਟ ਨੂੰ ਤਿਆਰ ਕਰਨਾ। ਸੋ ਇਹ ਹੈ ਡੈਸਕਟਾਪ ਪਬਲਿਸ਼ਿੰਗ। ਅਸੀਂ ਡੈਸਕਟਾਪ ਪਬਲਿਸ਼ਿੰਗ ਲਈ ਵਰਤੇ ਜਾਣ ਵਾਲੇ ਵੱਖਰੇ ਵੱਖਰੇ ਸੌਫਟਵੇਅਰਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਬਲਿਕੇਸ਼ਨ ਇੱਕ ਜਟਿਲ ਕਿਰਿਆ ਹੈ ਜਿਸ ਵਿੱਚ ਡਾਕੂਮੈਂਟ ਦੀ ਡਿਜ਼ਾਈਨ, ਲੇਆਊਟ, ਬਣਤਰ, ਉਸਦੇ ਪ੍ਰਿੰਟਿੰਗ, ਇਹ ਸਾਰੀਆਂ ਚੀਜ਼ਾਂ ਇਸ ਵਿੱਚ ਸ਼ਾਮਲ ਹੁੰਦੀਆਂ ਹਨ ਤੇ ਇਹਨਾਂ ਸਾਰਿਆਂ ਨੂੰ ਮੈਨੇਜ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਸੌਫਟਵੇਅਰ ਵਰਤੇ ਜਾਂਦੇ ਹਨ। ਜਿਵੇਂ ਸਭ ਤੋਂ ਪਹਿਲਾਂ ਅਸੀਂ ਪ੍ਰਿੰਟਿੰਗ ਦੇ ਕਾਰਜ ਲਈ ਪੇਜ ਲੇਆਊਟ ਵਾਲੇ ਸੌਫਟਵੇਅਰ ਕਿਹੜੇ ਹਨ, ਪਹਿਲਾਂ ਅਸੀਂ ਇਹਨਾਂ ਬਾਰੇ ਦੇਖਾਂਗੇ। ਇਸ ਵਿੱਚ ਹਨ ਜਿਵੇਂ Adobe InDesign, Adobe InDesign, ਜਾਂ ਇਸ ਦੇ ਲਈ ਅਸੀਂ ਕੁਆਰਕ ਐਕਸਪ੍ਰੈਸ ਇਹਨਾਂ ਸੌਫਟਵੇਅਰਾਂ ਦੀ ਮਦਦ ਨਾਲ ਅਸੀਂ ਪ੍ਰਿੰਟਿੰਗ ਦੇ ਲਈ ਜੋ ਪੇਜ ਦੀ ਲੇਆਊਟ ਹੈ ਉਸ ਨੂੰ ਐਡਜਸਟ ਕਰ ਸਕਦੇ ਹਾਂ। ਇਹ ਸੌਫਟਵੇਅਰ ਪ੍ਰਿੰਟਿੰਗ ਦੇ ਲਈ ਵਰਤੇ ਜਾਂਦੇ ਹਨ। ਜੇ ਅਸੀਂ ਆਫਿਸ ਲੇਆਊਟ ਦੀ ਗੱਲ ਕਰੀਏ, ਆਫਿਸ ਪੇਜ ਲੇਆਊਟ ਸੌਫਟਵੇਅਰ ਤਾਂ ਇਸ ਦੇ ਵਿੱਚ ਅਸੀਂ MS Office Suite, ਜਾਂ Apple iWork Suite ਸੌਫਟਵੇਅਰ ਜਿਹੜੇ ਹਨ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਗ੍ਰਾਫਿਕਸ ਸੌਫਟਵੇਅਰ ਜਿਨ੍ਹਾਂ ਸੌਫਟਵੇਅਰ ਦੀ ਮਦਦ ਨਾਲ ਅਸੀਂ ਤਸਵੀਰਾਂ, ਇਮੇजेस ਭਾਵ ਗ੍ਰਾਫਿਕਸ ਨੂੰ ਤਿਆਰ ਕਰਦੇ ਹਾਂ, ਐਡਿਟ ਕਰਦੇ ਹਾਂ, ਉਹਨਾਂ ਨੂੰ ਗ੍ਰਾਫਿਕਸ ਸੌਫਟਵੇਅਰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕੋਰਲ ਡਰਾ ਜਾਂ ਫਿਰ ਇੰਕਸਕੇਪ ਅਤੇ Adobe Illustrator ਵਰਗੇ ਸੌਫਟਵੇਅਰਾਂ ਦਾ ਇਸਤੇਮਾਲ ਕਰ ਸਕਦੇ ਹਾਂ। ਇਹਨਾਂ ਸੌਫਟਵੇਅਰਾਂ ਦੀ ਮਦਦ ਨਾਲ ਅਸੀਂ ਕਿਸੇ ਗ੍ਰਾਫਿਕਸ ਨੂੰ ਤਿਆਰ ਕਰ ਸਕਦੇ ਹਾਂ, ਡਿਜ਼ਾਈਨ ਕਰ ਸਕਦੇ ਹਾਂ ਜਾਂ ਉਸ ਨੂੰ ਐਡਿਟ ਕਰ ਸਕਦੇ ਹਾਂ। ਵਰਡ ਪ੍ਰੋਸੈਸਿੰਗ ਸੌਫਟਵੇਅਰ ਵਰਸਸ ਡੈਸਕਟਾਪ ਪਬਲਿਸ਼ਿੰਗ। ਦੇਖੋ, ਅਸੀਂ ਪ੍ਰਿੰਟਿੰਗ ਦੇ ਲਈ
ਬਹੁਤ ਸਾਰੇ ਪਹਿਲਾਂ ਤੋਂ ਹੀ ਮੌਜੂਦ ਸੌਫਟਵੇਅਰ ਜਿਵੇਂ MS Word, WordPad ਇਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਫਿਰ ਸਾਨੂੰ ਡੈਸਕਟਾਪ ਪਬਲਿਸ਼ਿੰਗ ਦੀ ਜ਼ਰੂਰ ਕਿਉਂ ਪੈਂਦੀ ਹੈ? ਕਿਉਂਕਿ ਡੈਸਕਟਾਪ ਪਬਲਿਸ਼ਿੰਗ ਸਪੈਸ਼ਲੀ ਪਬਲਿਕੇਸ਼ਨ ਦੇ ਕਾਰਜ ਲਈ ਬਣਾਏ ਗਏ ਸੌਫਟਵੇਅਰ ਹਨ, ਜਦੋਂ ਕਿ ਵਰਡ ਪ੍ਰੋਸੈਸਿੰਗ ਸੌਫਟਵੇਅਰ ਇੱਕ ਤਰ੍ਹਾਂ ਦੇ ਟੈਕਸਟ ਐਡੀਟਰ ਹਨ। ਸੋ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਸੌਫਟਵੇਅਰ ਦੇ ਵਿੱਚ ਕੀ ਅੰਤਰ ਹੈ ਅਸੀਂ ਇਸ ਬਾਰੇ ਪੜਾਂਗੇ। ਆਓ ਹੁਣ ਵਰਡ ਪ੍ਰੋਸੈਸਿੰਗ ਸੌਫਟਵੇਅਰ ਅਤੇ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦੇ ਵਿਚਕਾਰ ਅੰਤਰ ਦੇਖੀਏ। ਵਰਡ ਪ੍ਰੋਸੈਸਿੰਗ ਸੌਫਟਵੇਅਰ ਇੱਕ ਟੈਕਸਟ ਐਡੀਟਰ ਹੈ। ਇਸ ਦੇ ਵਿੱਚ ਟੈਕਸਟ ਲਿਖ ਸਕਦੇ ਹਾਂ, ਉਸ ਨੂੰ ਐਡਿਟ ਕਰ ਸਕਦੇ ਹਾਂ, ਉਸ ਦੀ ਗ੍ਰਾਮਰ ਚੈੱਕ ਕਰ ਸਕਦੇ ਹਾਂ, ਸਪੈਲਿੰਗਸ ਚੈੱਕ ਕਰ ਸਕਦੇ ਹਾਂ। ਅਤੇ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਜਿਹੜਾ ਹੈ ਉਹ ਇੱਕ ਪੇਜ ਲੇਆਊਟ ਵੱਲ ਧਿਆਨ ਦਿੰਦਾ ਹੈ ਅਤੇ ਇਹ ਇੱਕ ਆਬਜੈਕਟ ਬੇਸਡ ਸੌਫਟਵੇਅਰ ਹੈ, ਆਧਾਰਿਤ। ਇਹ ਆਬਜੈਕਟ ਆਧਾਰਿਤ ਹੈ, ਇਹ ਟੈਕਸਟ ਐਡੀਟਰ ਹੈ। ਇਸ ਦੇ ਵਿੱਚ ਟੈਕਸਟ ਦੀ ਸ਼ੁੱਧਤਾ ਵੱਲ ਧਿਆਨ ਦਿੱਤਾ ਜਾਂਦਾ ਹੈ। ਜਦੋਂ ਕਿ ਇੱਧਰ ਡੈਸਕਟਾਪ ਪਬਲਿਸ਼ਿੰਗ ਦੇ ਵਿੱਚ ਟੈਕਸਟ ਦੀ ਸ਼ੁੱਧਤਾ ਨਾਲੋਂ ਟੈਕਸਟ ਦੇ ਜੋ ਲੁੱਕ ਹੈ, ਦਿੱਖ ਹੈ, ਉਸ ਨੂੰ ਬਿਹਤਰ ਬਣਾਉਣਾ, ਉਸ ਦੀ ਲੇਆਊਟ ਵੱਲ ਨੂੰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਸੋ ਇੱਥੇ ਪੇਜ ਲੇਆਊਟ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਡੈਸਕਟਾਪ ਪਬਲਿਸ਼ਿੰਗ ਦੇ ਵਿੱਚ ਟੈਕਸਟ ਦੇ ਸਪੈਲਿੰਗਸ ਦਾ ਧਿਆਨ ਨਹੀਂ ਰੱਖਦੇ ਹਾਂ, ਗ੍ਰਾਮਰ ਦਾ ਧਿਆਨ ਨਹੀਂ ਰੱਖਦੇ ਹਾਂ। ਉੱਥੇ ਵੀ ਸਪੈਲਿੰਗ ਸਹੀ ਲਿਖੀ ਜਾਣੀ ਚਾਹੀਦੀ ਹੈ, ਪਰ ਇਸ ਦੇ ਵਿੱਚ ਜੋ ਡੈਸਕਟਾਪ ਪਬਲਿਸ਼ਿੰਗ ਹੈ, ਇਸ ਦਾ ਮੁੱਖ ਉਦੇਸ਼ ਜੋ ਅਸੀਂ ਪਬਲਿਸ਼ ਕਰਨ ਜਾ ਰਹੇ ਹਾਂ ਉਸ ਦੀ ਬਨਾਵਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸੁੰਦਰ ਬਨਾਵਟ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇੱਥੇ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਸਾਰੇ ਟੈਕਸਟ ਨੂੰ ਇਕੱਠੇ ਕੰਟਰੋਲ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਇੱਕ ਪੈਰਾਗ੍ਰਾਫ ਹੈ, ਪੈਰਾਗ੍ਰਾਫ ਦੇ ਵਿੱਚ ਮੰਨ ਲਓ 5-7 ਲਾਈਨਾਂ ਹਨ ਲਿਖੀਆਂ, ਜਾਂ ਉਸ ਵਿੱਚ 100-200 ਕਰੈਕਟਰਸ ਲਿਖੇ ਹੋਏ ਹਨ, ਤਾਂ ਅਸੀਂ ਇਕੱਲੇ ਕਰੈਕਟਰ ਨੂੰ ਇੱਥੇ ਕੰਟਰੋਲ ਨਹੀਂ ਕਰ ਸਕਦੇ ਹਾਂ, ਬਲਕਿ ਪੂਰੇ ਦਾ ਪੂਰਾ ਪੈਰਾਗ੍ਰਾਫ ਇਕੱਠੇ ਤੌਰ 'ਤੇ ਫਾਰਮੈਟ ਕੀਤਾ ਜਾਂਦਾ ਹੈ। ਉਸ ਦੇ ਬਨਾਵਟ, ਉਸ ਦੇ ਅੱਖਰਾਂ ਦਾ ਕਲਰ, ਆਕਾਰ ਇਕੱਠੇ ਰੂਪ ਦੇ ਵਿੱਚ ਮੈਨੇਜ ਕੀਤਾ ਜਾਂਦਾ ਹੈ। ਜਦੋਂ ਕਿ ਡੈਸਕਟਾਪ ਪਬਲਿਸ਼ਿੰਗ ਵਿੱਚ ਹਰੇਕ ਆਬਜੈਕਟ ਨੂੰ ਵੱਖਰੇ ਤੌਰ ਤੇ ਕੰਟਰੋਲ ਕੀਤਾ ਜਾਂਦਾ ਹੈ। ਮੰਨ ਲਓ ਅਸੀਂ ਕਿਸੇ ਕੈਲੰਡਰ ਦੇ ਵਿੱਚ ਡੇਟਸ ਲਿਖੀਆਂ ਹਨ, ਉੱਪਰ ਕੋਈ ਫੋਟੋ ਲਗਾਈ ਹੈ, ਸੰਡੇ, ਮੰਡੇ, ਟਿਊਜ਼ਡੇ ਲਿਖਿਆ ਹੈ, ਜਾਂ ਕੋਈ ਹੋਰ ਵੀ ਚੀਜ਼ਾਂ ਅਸੀਂ ਉਸ ਵਿੱਚ ਲਗਾਈਆਂ ਹਨ, ਤਾਂ ਹਰੇਕ ਟੈਕਸਟ ਨੂੰ, ਹਰੇਕ ਆਬਜੈਕਟ ਨੂੰ ਇੱਕ ਵੱਖਰੀ ਹੀ ਇੰਪੋਰਟੈਂਸ ਦਿੰਦੇ ਹੋਏ
ਕੱਲੇ ਨੂੰ ਅਸੀਂ ਹੈਂਡਲ ਕਰ ਸਕਦੇ ਹਾਂ, ਮੈਨੇਜ ਕਰ ਸਕਦੇ ਹਾਂ। ਕੱਲੀ ਡੇਟ ਦਾ ਅਸੀਂ ਰੰਗ ਬਦਲ ਸਕਦੇ ਹਾਂ ਜਾਂ ਹਰੇਕ ਪਿਕਚਰ ਨੂੰ ਅਸੀਂ ਵੱਖਰੇ ਤੌਰ 'ਤੇ ਮੈਨੇਜ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਜੋ ਡੈਸਕਟਾਪ ਪਬਲਿਸ਼ਿੰਗ ਹੈ ਉਸ ਦੇ ਵਿੱਚ ਆਬਜੈਕਟਸ ਨੂੰ ਕੰਟਰੋਲ ਕਰਨਾ, ਮੈਨੇਜ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ। ਇਸ ਦੀ ਵਰਤੋਂ ਸਧਾਰਨ ਟੈਕਸਟ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਮੰਨ ਲਓ ਅਸੀਂ ਕੋਈ ਐਪਲੀਕੇਸ਼ਨ ਲਿਖਣੀ ਹੈ, ਕੋਈ ਪੈਰਾਗ੍ਰਾਫ ਲਿਖਣਾ ਹੈ, ਕੋਈ ਐਸੇ ਲਿਖਣਾ ਹੈ, ਆਪਣਾ ਕੋਈ ਡਾਕੂਮੈਂਟ ਤਿਆਰ ਕਰਨਾ ਹੈ, ਉਸ ਦੇ ਲਈ ਅਸੀਂ ਵਰਡ ਪ੍ਰੋਸੈਸਿੰਗ ਸੌਫਟਵੇਅਰ ਦਾ ਇਸਤੇਮਾਲ ਕਰਦੇ ਹਾਂ। ਜਦੋਂ ਕਿ ਇਸ ਦੀ ਡੈਸਕਟਾਪ ਪਬਲਿਸ਼ਿੰਗ ਦੀ ਵਰਤੋਂ ਜੋ ਪਬਲਿਸ਼ਿੰਗ ਮਟੀਰੀਅਲ ਹੁੰਦੇ ਹਨ, ਜਿਵੇਂ ਮੈਗਜ਼ੀਨ, ਪੰਫਲੈਟ, ਕੈਲੰਡਰਸ, ਵਿਜ਼ਿਟਿੰਗ ਕਾਰਡ, ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਇਸ ਦੀ ਵਰਤੋਂ ਪਬਲੀਕੇਸ਼ਨ ਮੀਡੀਆ ਜਿਵੇਂ ਮੈਗਜ਼ੀਨ, ਕਿਤਾਬਾਂ ਜਾਂ ਵਿਜ਼ਿਟਿੰਗ ਕਾਰਡ, ਜਿਹਨੂੰ ਆਪਾਂ ਬਿਜ਼ਨਸ ਕਾਰਡ ਵੀ ਕਹਿੰਦੇ ਹਨ, ਕੈਲੰਡਰ, ਸੋ ਆਦਿ ਜੋ ਪਬਲਿਸ਼ਿੰਗ ਮਟੀਰੀਅਲ ਹਨ ਉਹਨਾਂ ਨੂੰ ਬਣਾਉਣ ਵਾਸਤੇ ਅਸੀਂ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦਾ ਇਸਤੇਮਾਲ ਕਰਦੇ ਹਾਂ। ਹੁਣ ਅਸੀਂ ਜੇਕਰ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੀਆਂ ਐਕਸਟੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਲਈ ਜੋ ਅਲੱਗ-ਅਲੱਗ ਐਕਸਟੈਂਸ਼ਨਸ ਅਲੱਗ-ਅਲੱਗ ਸੌਫਟਵੇਅਰ ਵਿੱਚ ਹੁੰਦੀਆਂ ਹਨ, ਜਿਵੇਂ MS ਵਰਡ ਵਿੱਚ DOC ਹੋਏਗਾ। MS ਵਰਡ ਅਗਰ 2010 ਤੋਂ ਬਾਅਦ ਵਾਲਾ ਹੈ ਤਾਂ ਉਸ ਵਿੱਚ DOCX ਹੋਏਗਾ। ਜਾਂ ਅਗਰ ਅਸੀਂ ਨੋਟਪੈਡ ਨੂੰ ਯੂਜ਼ ਕਰ ਰਹੇ ਹਾਂ ਤਾਂ ਉਸ ਦੇ ਵਿੱਚ .txt ਐਕਸਟੈਂਸ਼ਨ ਵਰਤੀ ਜਾਏਗੀ। ਜਾਂ ਅਸੀਂ ਵਰਡਪੈਡ ਯੂਜ਼ ਕਰ ਰਹੇ ਹਾਂ ਤਾਂ ਉਸ ਦੇ ਵਿੱਚ RTF ਐਕਸਟੈਂਸ਼ਨ ਵਰਤੀ ਜਾਏਗੀ। ਸੋ ਇਸ ਕੇਸ ਵਿੱਚ ਜੋ ਅਸੀਂ ਡਾਕੂਮੈਂਟ ਤਿਆਰ ਕਰਦੇ ਹਾਂ ਉਹਨਾਂ ਦੀਆਂ ਐਕਸਟੈਂਸ਼ਨਸ ਆਮ ਤੌਰ 'ਤੇ DOC, DOCX, .txt, .rtf, ਰਿਚ ਟੈਕਸਟ ਫਾਰਮੈਟ ਆਦਿ ਜਿਹੜੀਆਂ ਐਕਸਟੈਂਸ਼ਨਸ ਹੁੰਦੀਆਂ ਹਨ। ਜਦੋਂ ਕਿ ਅਸੀਂ ਡੈਸਕਟਾਪ ਪਬਲਿਸ਼ਿੰਗ ਦੇ ਵਿੱਚ ਡਾਕੂਮੈਂਟ ਜੋ ਤਿਆਰ ਕਰਦੇ ਹਾਂ ਤਾਂ ਉਹਨਾਂ ਦੀਆਂ ਐਕਸਟੈਂਸ਼ਨਸ .psd ਜਾਂ .cdr ਜਾਂ .pov ਪਬਲਿਸ਼ਿੰਗ, ਇਸ ਤਰ੍ਹਾਂ ਦੀਆਂ ਐਕਸਟੈਂਸ਼ਨ ਜਿਹੜੀਆਂ ਹੈ ਉਹ ਵਰਤੀਆਂ ਜਾਂਦੀਆਂ ਹਨ। ਇੱਕ ਖਾਸ ਹੋਰ ਅੰਤਰ ਜੋ ਇਹਨਾਂ ਦੇ ਵਿਚਕਾਰ ਹੈ, ਜੋ ਕਿ ਸਪੈਸ਼ਲੀ ਅਸੀਂ ਡੈਸਕਟਾਪ ਪਬਲਿਸ਼ਿੰਗ ਦੇ ਲਈ ਕਹਿ ਸਕਦੇ ਹਾਂ ਕਿ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਜੋ ਹੈ ਉਹ WYSIWYG ਉੱਤੇ ਆਧਾਰਿਤ ਹੈ। WYSIWYG ਦਾ ਅਰਥ ਹੈ what you see is what you get, ਭਾਵ ਜੋ ਤੁਹਾਨੂੰ ਸਕਰੀਨ ਉੱਤੇ ਨਜ਼ਰ ਆ ਰਿਹਾ ਹੈ ਉਹੀ ਤੁਸੀਂ ਆਊਟਪੁੱਟ ਦੇ ਤੌਰ 'ਤੇ ਪਾਓਗੇ। ਸੋ ਜਿਸ ਤਰ੍ਹਾਂ ਦਾ ਵੀ ਅਸੀਂ ਡਾਕੂਮੈਂਟ ਡਿਜ਼ਾਈਨ ਕਰਾਂਗੇ, ਪ੍ਰਿੰਟ ਕਰਨ ਤੋਂ ਬਾਅਦ ਉਹ ਡਾਕੂਮੈਂਟ ਬਿਲਕੁਲ ਠੀਕ ਉਸੇ ਤਰ੍ਹਾਂ ਦਾ ਹੀ ਨਜ਼ਰ ਆਏਗਾ। ਲੇਕਿਨ ਵਰਡ ਪ੍ਰੋਸੈਸਿੰਗ ਸੌਫਟਵੇਅਰ ਇਸ ਦੇ ਵਿੱਚ ਕੋਈ ਵੀ WYSIWYG ਦਾ ਸਿਧਾਂਤ ਲਾਗੂ ਨਹੀਂ ਹੁੰਦਾ ਹੈ। ਸੋ ਇਹ ਕੁਝ ਅੰਤਰ ਸੀ
ਵਰਡ ਪ੍ਰੋਸੈਸਿੰਗ ਸੌਫਟਵੇਅਰ ਅਤੇ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦੇ ਵਿੱਚ। ਅੱਜ ਦੇ ਲਈ ਸਿਰਫ ਇੰਨਾ ਹੀ ਕਾਫੀ ਹੈ। ਬਾਕੀ ਅਸੀਂ ਅਗਲੇ ਲੈਕਚਰ ਵਿੱਚ ਡਿਸਕਸ ਕਰਾਂਗੇ। ਧੰਨਵਾਦ।